ਹੈਲੋ एवरीवन। ਅੱਜ ਦੀ ਜੋ ਆਪਾਂ ਡਿਸਕਸ਼ਨ ਕਰਨ ਜਾ ਰਹੇ ਹਾਂ ਇਹ ਤੁਹਾਡਾ ਟੌਪਿਕ ਹੈ ਸੌਫਟਵੇਅਰ ਅਤੇ ਹਾਰਡਵੇਅਰ ਦਾ। ਕਿਉਂਕਿ ਤੁਹਾਨੂੰ ਪਤਾ ਕੰਪਿਊਟਰ ਦੇ ਵਿੱਚ ਦੋਨੋਂ ਚੀਜ਼ਾਂ ਜ਼ਰੂਰੀ ਨੇ, ਸੌਫਟਵੇਅਰ ਵੀ ਅਤੇ ਹਾਰਡਵੇਅਰ ਵੀ। ਕਿਉਂਕਿ ਵਿਦਆਊਟ ਸੌਫਟਵੇਅਰ ਹਾਰਡਵੇਅਰ ਇਜ਼ ਯੂਜ਼ਲੈਸ ਐਂਡ ਵਿਦਆਊਟ ਸੌਫਟਵੇਅਰ ਹਾਰਡਵੇਅਰ ਇਜ਼ ਯੂਜ਼ਲੈਸ। ਇਹ ਦੋਨੇ ਇੱਕ ਦੂਜੇ 'ਤੇ ਨਿਰਭਰ ਨੇ। ਇਹਨਾਂ ਤੋਂ ਬਿਨਾਂ ਯਾਨੀ ਕਿ ਕੰਪਿਊਟਰ ਕੰਮ ਹੀ ਨਹੀਂ ਕਰ ਸਕਦਾ। ਜੇ ਹਾਰਡਵੇਅਰ ਨਹੀਂ ਹੋਊਗਾ ਤਾਂ ਸੌਫਟਵੇਅਰ ਨਹੀਂ ਕੰਮ ਕਰੂਗਾ, ਜੇ ਸੌਫਟਵੇਅਰ ਨਹੀਂ ਹੋਊ ਤਾਂ ਹਾਰਡਵੇਅਰ ਕੰਮ ਨਹੀਂ ਕਰੂ। ਸੋ ਸਭ ਤੋਂ ਪਹਿਲਾਂ ਮੈਂ ਸਟਾਰਟਿੰਗ ਇੰਟਰੋਡਕਸ਼ਨ ਤੋਂ ਕਰ ਦਿੰਦਾ। ਟਰਮ ਹਾਰਡਵੇਅਰ ਐਂਡ ਸੌਫਟਵੇਅਰ ਆਰ ਰਿਲੇਟਿਡ ਵਿਦ ਦਾ ਅਦਰ ਸਿਸਟਮ ਕੰਪਿਊਟਰ ਸਿਸਟਮ। ਜਿਹੜੀ ਇਹ ਟਰਮ ਹੈ ਹਾਰਡਵੇਅਰ ਅਤੇ ਸੌਫਟਵੇਅਰ ਦੀ, ਇਹ ਕਿਹਦੇ ਨਾਲ ਰਿਲੇਟਿਡ ਹੈ? ਕੰਪਿਊਟਰ ਸਿਸਟਮ ਨਾਲ ਰਿਲੇਟਿਡ ਹੈ। ਬੇਸਿਕਲੀ ਕੰਪਿਊਟਰ ਸਿਸਟਮ ਇਜ਼ ਮੇਡ ਅਪ ਆਫ ਥੀਸ ਟੂ ਟਰਮ। ਜਿਹੜੇ ਕੰਪਿਊਟਰ ਨੇ ਇਹ ਦੋਨੋਂ ਟਰਮਾਂ ਨਾਲ ਮਿਲ ਕੇ ਬਣੇ ਹੋਏ ਨੇ। ਬੋਥ ਆਫ ਥੀਸ ਟਰਮ ਵਰਕ ਟੂਗੈਦਰ। ਜਿਹੜੀਆਂ ਟਰਮਸ ਨੇਗੀਆਂ ਇਹ ਕੰਮ ਕੀ ਕਰਦੀਆਂ ਨੇ? ਇਕੱਠੇ ਕਰਦੀਆਂ ਨੇ। ਦਾ ਡਿਸਕ੍ਰਿਪਸ਼ਨ ਤੁਹਾਨੂੰ ਨੀਚੇ ਦਿਖਾਈ ਗਈ ਹੈ। ਇੱਕ ਡਾਇਗਰਾਮ ਬਣਾ ਕੇ ਤੁਸੀਂ ਐਗਜ਼ਾਮ ਦੇ ਵਿੱਚ ਐਵੇਂ ਦੀ ਡਾਇਗਰਾਮ ਬਣਾ ਕੇ ਦੇ ਸਕਦੇ ਹੋ। ਕੰਪਿਊਟਰ ਕੰਪਲੀਟ ਕਦੋਂ ਹੁੰਦਾ? ਦੋਨੇ ਚੀਜ਼ਾਂ ਨੂੰ ਮਿਲ ਕੇ, ਹਾਰਡਵੇਅਰ ਐਂਡ ਸੌਫਟਵੇਅਰ ਨੂੰ। ਹੁਣ ਆਪਾਂ ਗੱਲ ਕਰਨ ਲੱਗੇ ਹਾਰਡਵੇਅਰ ਦੀ। ਡੈਫੀਨੇਸ਼ਨ ਆਫ ਹਾਰਡਵੇਅਰ ਕਹਿੰਦਾ ਕੰਪਿਊਟਰ ਹਾਰਡਵੇਅਰ ਇਜ਼ ਏ ਕਲੈਕਸ਼ਨ ਆਫ ਐਕਚੁਅਲ ਫਿਜ਼ੀਕਲ ਕੰਪੋਨੈਂਟ। ਹਾਰਡਵੇਅਰ ਕੀ ਹੈ? ਕਲੈਕਸ਼ਨ ਹੈ ਕਿਹਨਾਂ ਦੀ? ਫਿਜ਼ੀਕਲ ਕੰਪੋਨੈਂਟਸ ਦੀ ਆਫ ਦਾ ਕੰਪਿਊਟਰ ਸਿਸਟਮ। ਸੋ ਇਨਪੁਟ, ਸਟੋਰੇਜ, ਪ੍ਰੋਸੈਸਿੰਗ, ਕੰਟਰੋਲ ਐਂਡ ਆਊਟਪੁੱਟ ਡਿਵਾਈਸਿਸ ਆਰ ਹਾਰਡਵੇਅਰ। ਜਿੰਨੇ ਵੀ ਆਪਾਂ ਡਿਵਾਈਸ ਯੂਜ਼ ਕਰਦੇ ਹਾਂ, ਜਿਨ੍ਹਾਂ ਨੂੰ ਆਪਾਂ ਟੱਚ ਕਰ ਸਕਦੇ ਹਾਂ, ਆਪਣੇ ਹੱਥ ਨਾਲ ਮਹਿਸੂਸ ਕਰ ਸਕਦੇ ਹਾਂ, ਉਹ ਸਾਰੇ ਕੀ ਹੁੰਦੇ ਨੇ? ਹਾਰਡਵੇਅਰ ਹੁੰਦੇ ਨੇ। ਇਨ ਦਾ ਸਿੰਪਲ ਵਰਡ ਵਨ ਕੈਨ ਸੇ ਦੈਟ, ਆਪਾਂ ਇਹ ਵੀ ਕਹਿ ਸਕਦੇ ਹਾਂ ਆਲ ਟੈਂਜੀਬਲ ਕੰਪੋਨੈਂਟਸ ਵਿਚ ਵਨ ਕੈਨ ਟੱਚ ਆਰ ਦਾ ਹਾਰਡਵੇਅਰ। ਆਪਾਂ ਕੀ ਕਹਿ ਸਕਦੇ ਹਾਂ? ਜਿਨ੍ਹਾਂ ਨੂੰ ਅਸੀਂ ਕੀ ਕਰ ਸਕਦੇ ਹਾਂ? ਟੱਚ ਕਰ ਸਕਦੇ ਹਾਂ, ਹਾਰਡਵੇਅਰ। ਸਮ ਕਾਮਨ ਹਾਰਡਵੇਅਰ ਡਿਵਾਈਸਿਸ ਆਰ ਮੋਨੀਟਰ, ਫਲੋਪੀ ਡਿਸਕ ਡਰਾਈਵ, ਹਾਰਡ ਡਿਸਕ, ਕੀਬੋਰਡ, ਪ੍ਰਿੰਟਰ, ਰੈਮ ਐਟਸੈਕਟਰਾ। ਤੁਸੀਂ ਕੋਈ ਵੀ ਐਗਜ਼ਾਮਪਲਾਂ ਦੇ ਸਕਦੇ ਹੋ। ਪਰ ਕੰਪਿਊਟਰ ਨਾਲ ਸੰਬੰਧਿਤ ਜਿਹੜੇ ਵੀ ਪਾਰਟਸ ਨੇ ਉਹਨਾਂ ਬਾਰੇ, ਜਿਵੇਂ ਫਿਜ਼ੀਕਲੀ ਜਿਨ੍ਹਾਂ ਨੂੰ ਟੱਚ ਕਰ ਸਕੋ, ਜਿਨ੍ਹਾਂ ਨੂੰ ਮਹਿਸੂਸ ਕਰ ਸਕੋ, ਉਹ ਸਾਰੇ ਕੀ ਹੁੰਦੇ ਨੇਗੇ? ਹਾਰਡਵੇਅਰ ਡਿਵਾਈਸ ਹੁੰਦੇ ਨੇ। ਉਸ ਤੋਂ ਬਾਅਦ ਸੌਫਟਵੇਅਰ ਦੀ ਗੱਲ ਕਰਨ ਲੱਗਿਆ ਆਪਾਂ। ਸੌਫਟਵੇਅਰ ਕੀ ਹੈ? ਸੌਫਟਵੇਅਰ ਹੈ ਪ੍ਰੋਗਰਾਮ। ਸੌਫਟਵੇਅਰ ਕੀ ਹੈ? ਪ੍ਰੋਗਰਾਮ ਜਾਂ ਸੈੱਟ ਆਫ ਇੰਸਟਰਕਸ਼ਨ ਵੀ ਕਹਿ ਸਕਦੇ ਹਾਂ। ਸੌਫਟਵੇਅਰ ਇਜ਼ ਏ ਪ੍ਰੋਗਰਾਮ ਔਰ ਏ ਸੈੱਟ ਆਫ ਪ੍ਰੋਗਰਾਮ ਵਿਚ ਯੂਜ਼ ਟੂ ਪਰਫੋਰਮ ਏ ਪਰਟੀਕੂਲਰ ਟਾਸਕ। ਜਿਹਨੂੰ ਯੂਜ਼ ਕੀਤਾ ਜਾਂਦਾ ਕਦ ਲਈ? ਇੱਕ ਪਰਟੀਕੂਲਰ ਟਾਸਕ, ਸਪੈਸ਼ਲ ਟਾਸਕ ਨੂੰ ਪਰਫੋਰਮ ਕਰਨ ਲਈ। ਦ ਇੰਸਟਰਕਸ਼ਨ ਇਨ ਦਾ ਪ੍ਰੋਗਰਾਮ ਡਾਇਰੈਕਟ ਦਾ ਕੰਪਿਊਟਰ ਟੂ ਪਰਫੋਰਮ ਇਨਪੁਟ ਆਪਰੇਸ਼ਨ। ਹੁਣ ਜਿੰਨੀਆਂ ਵੀ ਇੰਸਟਰਕਸ਼ਨਸ ਨੇਗੀਆਂ ਉਹ ਕਿਹਦੇ ਰੂਪ ਦੇ ਵਿੱਚ ਜਾਂਦੀਆਂ ਨੇ? ਪ੍ਰੋਗਰਾਮ ਦੇ ਰੂਪ ਦੇ ਵਿੱਚ ਹੀ ਮੂਵ ਕਰਦੀਆਂ ਨੇ। ਦ ਇੰਸਟਰਕਸ਼ਨਸ ਇਨ ਦਾ ਪ੍ਰੋਗਰਾਮ ਡਾਇਰੈਕਟ ਦਾ ਕੰਪਿਊਟਰ ਟੂ ਪਰਫੋਰਮ ਇਨਪੁਟ ਆਪਰੇਸ਼ਨ। ਯਾਨੀ ਕਿ ਇਨਪੁਟ ਆਪਰੇਸ਼ਨ ਪਰਫੋਰਮ ਕਰਨ ਲਈ ਇਨਪੁਟ ਡਿਵਾਈਸ ਦੁਆਰਾ ਜਿਹੜੀਆਂ ਵੀ ਇੰਸਟਰਕਸ਼ਨ ਦਿੱਤੀਆਂ ਜਾਂਦੀਆਂ ਨੇਗੀਆਂ, ਠੀਕ ਹੈ, ਉਹਨਾਂ ਨੂੰ ਪ੍ਰੋਸੈਸ ਕੀਤਾ ਜਾਂਦਾ ਹੈ। ਫਿਰ ਉਹਦੇ ਵਿੱਚੋਂ ਕੀ ਹੁੰਦਾ? ਆਊਟਪੁੱਟ ਮਿਲਦੀ ਹੈ ਆਪਾਂ ਨੂੰ ਐਜ਼ ਏ ਰਿਜ਼ਲਟ ਦੇ ਰੂਪ ਦੇ ਅੰਦਰ। ਜਿਹਦਾ ਮੈਂ ਆਪਾਂ ਪਹਿਲਾਂ ਕਹਿ ਸਕਦੇ ਹਾਂ ਡੈਫੀਨੇਸ਼ਨ ਆਫ ਕੰਪਿਊਟਰ ਵੀ ਕਹਿ ਸਕਦੇ ਹਾਂ। ਦ ਮੇਨ ਓਬਜੈਕਟਿਵ ਆਫ ਸੌਫਟਵੇਅਰ। ਹੁਣ ਜਿੰਨੀ ਵੀ ਉਹ ਪ੍ਰੋਸੈਸਿੰਗ ਕਰਨ ਲਈ ਜਿਹੜੀ ਚੀਜ਼ ਯੂਜ਼ ਕੀਤੀ ਜਾਂਦੀ ਹੈ ਨਾ, ਉਹ ਸੌਫਟਵੇਅਰ ਯੂਜ਼ ਕੀਤਾ ਜਾਂਦਾ ਹੈ। ਸੋ ਮੇਨ ਓਬਜੈਕਟਿਵ ਆਫ ਦਾ ਸੌਫਟਵੇਅਰ ਇਜ਼ ਟੂ ਐਨਹਾਂਸ ਦਾ ਕੈਪੇਬਿਲਿਟੀ ਆਫ ਦਾ ਹਾਰਡਵੇਅਰ। ਇਹਦੀ ਮੇਨ ਓਬਜੈਕਟਿਵ ਕੀ ਹੈ ਸੌਫਟਵੇਅਰ ਦੀ? ਕਿ ਉਹ ਹਾਰਡਵੇਅਰ ਦੀ ਕੈਪੇਬਿਲਿਟੀ ਨੂੰ ਕੀ ਵਧਾਉਂਦਾ ਹੈ? ਵਧਾਉਂਦਾ ਹੈ। ਜਿਹਨੇ ਉਹਦੀ ਯੋਗਤਾ ਨਹੀਂ, ਉਹਦੀ क्षमता ਨੂੰ, ਉਹਦੀ ਐਕੂਰੇਸੀ ਪਾਵਰ ਨੂੰ ਕੀ ਕਰਦਾ? ਇਨਕਰੀਜ਼ ਕਰਦਾ ਹੈ। ਦੈਟ ਇਟ ਕੰਪਿਊਟਰ ਸਿਸਟਮ ਟਾਈਪ ਆਫ ਸੌਫਟਵੇਅਰ। ਵੈਸੇ ਤਾਂ ਬੇਸਿਕਲੀ 2 ਟਾਈਪ ਆਫ ਸੌਫਟਵੇਅਰ ਨੇ, ਤੁਸੀਂ 2 ਹੀ ਕਰਨੇ ਨੇ ਵੈਸੇ। ਵਨ ਇਜ਼ ਏ ਸਿਸਟਮ ਐਂਡ ਸੈਕਿੰਡ ਵਨ ਇਜ਼ ਏ ਐਪਲੀਕੇਸ਼ਨ। ਠੀਕ ਹੈ, ਜਿਹੜੇ ਅਗਲੇ ਦਿੱਤੇ ਹੋਏ ਨੇ ਫਰਮਵੇਅਰ ਐਂਡ ਲਿਵਵੇਅਰ, ਇਹ ਦੋਨੋਂ ਸੌਫਟਵੇਅਰ ਨੇ ਟਾਈਪਸ ਤਾਂ ਹੈਗੀਆਂ ਨੇਗੀਆਂ, ਲੇਕਿਨ ਇਹ ਬਹੁਤ ਰੇਅਰਲੀ ਯੂਜ਼ ਕੀਤੇ ਜਾਂਦੇ ਨੇ। ਮਤਲਬ ਕਿ ਇਹ ਸਿਰਫ ਇੰਟਰਨਲੀ ਪਾਰਟਸ ਬਾਰੇ ਗੱਲ ਹੋਈ ਹੈ ਇਹਦੇ ਬਾਰੇ। ਸੋ ਮੈਂ ਜਿਹੜੇ ਆਪਣੇ 2 ਕੰਸੈਪਟ ਬਣਦੇ ਨੇ ਉਹ ਸਿਸਟਮ ਸੌਫਟਵੇਅਰ ਅਤੇ ਐਪਲੀਕੇਸ਼ਨ ਸੌਫਟਵੇਅਰ ਹੀ ਬਣਦਾ। ਵਟ ਇਜ਼ ਏ ਸਿਸਟਮ ਸੌਫਟਵੇਅਰ? ਕਹਿੰਦਾ ਕਿ ਇਹ ਸਿਸਟਮ ਸੌਫਟਵੇਅਰ ਔਰ ਸਿਸਟਮ ਪੈਕੇਜ ਆਰ ਸੈੱਟ ਆਫ ਵਨ ਔਰ ਮੋਰ ਪ੍ਰੋਗਰਾਮ। ਜਿਹੜਾ ਕੀ ਹੈ? ਇੱਕ ਜਾਂ ਇੱਕ ਤੋਂ ਜ਼ਿਆਦਾ ਪ੍ਰੋਗਰਾਮ ਦਾ ਸੈੱਟ ਹੈ। ਦੈਟ ਆਰ ਬੇਸਿਕਲੀ ਡਿਜ਼ਾਈਨ ਟੂ ਕੰਟਰੋਲ ਦਾ ਆਪਰੇਸ਼ਨਸ ਆਫ ਏ ਕੰਪਿਊਟਰ ਸਿਸਟਮ। ਜਿਹਨੂੰ ਬੇਸਿਕਲੀ ਡਿਜ਼ਾਈਨ ਕੀਤਾ ਗਿਆ ਹੈ ਕੰਪਿਊਟਰਸ ਦੇ ਆਪਰੇਸ਼ਨਸ ਨੂੰ ਪਰਫੋਰਮ ਆਪਰੇਟ ਕਰਨ ਲਈ ਜਾਂ ਉਹਨਾਂ ਦੇ ਕੰਟਰੋਲ ਕਰਨ ਲਈ ਆਪਰੇਸ਼ਨਸ ਨੂੰ। ਦੇ ਆਰ ਦਾ ਪ੍ਰੋਗਰਾਮ ਰਿਟਨ ਟੂ ਅਸਿਸਟ ਯੂਜ਼ਰ in the use of computer system by performing tasks such as controlling all of the operations, move data into and out of a computer and all sets in executing application program। ਜਿਹਦੇ ਵਿੱਚ ਆਪਾਂ ਕਹਿੰਦਾ ਗੱਲ ਕੀ ਹੈ? ਦੇਖੋ ਲਾਈਨ ਦੇ ਵਿੱਚ ਕਹਿ ਕੀ ਰਿਹਾ ਹੈ? ਦੇ ਆਰ ਪ੍ਰੋਗਰਾਮ ਰਿਟਨ ਟੂ ਅਸਿਸਟ ਯੂਜ਼ਰ। ਯਾਨੀ ਕਿ ਯੂਜ਼ਰ ਆਪਣੀ ਨੀਡ ਦੇ ਅਕੋਰਡਿੰਗ ਜਾਂ ਆਪਣੀ ਯੂਜ਼ ਦੇ ਅਕੋਰਡਿੰਗ ਕੀ ਲਿਖਦਾ ਹੈ? ਇਨਪੁਟਸ ਦਿੰਦਾ ਹੈ ਜਾਂ ਪਰਫੋਰਮ ਕਰਦਾ ਹੈ ਟਾਸਕ ਇਹਦੇ ਉੱਤੇ, ਕੰਪਿਊਟਰ ਦੇ ਉੱਤੇ। ਉਹਦੇ ਉੱਤੇ ਆਪਰੇਸ਼ਨਸ ਪਰਫੋਰਮ ਕੀਤੇ ਜਾਂਦੇ ਨੇ। ਡੇਟਾ ਮੂਵ ਹੁੰਦਾ ਫਰੋਮ ਵਨ ਟੂ ਅਨਦਰ, ਮਤਲਬ ਇੱਕ ਪਲੇਸ ਤੋਂ ਦੂਜੇ 'ਤੇ। ਐਂਡ ਆਊਟ ਦਾ ਰਿਜ਼ਲਟ ਲਿਖ ਦਿਓ ਸਿੱਧਾ
ਕੀ ਕਰਦਾ ਉਸ ਤੋਂ ਬਾਅਦ ਆਫਟਰ ਪ੍ਰੋਸੈਸਿੰਗ ਤੁਹਾਨੂੰ ਕੀ ਮਿਲਦਾ ਹੈ, ਆਊਟਪੁੱਟ ਮਿਲ ਜਾਂਦੀ ਹੈ, ਜਨਰੇਟ ਕੀਤੀ ਜਾਂਦੀ ਹੈ ਕਿਹਦੀ ਦੁਆਰਾ, ਕੰਪਿਊਟਰ ਦੁਆਰਾ। ਸੋ ਜਿੰਨੇ ਵੀ ਸਟੈਪ ਕੰਪਲੀਟ ਚੱਲਦੇ ਨੇਗੇ ਐਗਜ਼ੀਕਿਊਟਿੰਗ ਐਪਲੀਕੇਸ਼ਨ ਪ੍ਰੋਗਰਾਮ, ਇਹ ਕਿਹਨਾਂ ਕਾਹਦੇ ਲਈ ਕੀਤੇ ਜਾਂਦੇ ਨੇ, ਯਾਨੀ ਕਿ ਤੁਹਾਡੀ ਆਪਰੇਸ਼ਨਸ ਪਰਫਾਰਮ ਕੀਤੇ ਜਾਂਦੇ ਜਾਂ ਤੁਹਾਡੀ ਐਪਲੀਕੇਸ਼ਨ ਨੂੰ ਐਗਜ਼ੀਕਿਊਟ ਕਰਨ ਲਈ ਜਾਂ ਤੁਹਾਡੇ ਟਾਸਕ ਨੂੰ ਐਗਜ਼ੀਕਿਊਟ ਕਰਨ ਲਈ ਆਪਾਂ ਕੀ ਕਰਦੇ ਹਾਂ, ਸਾਰੇ ਸਟੈਪ ਫੋਲੋ ਕੀਤੇ ਜਾਂਦੇ ਨੇ। ਹੁਣ ਸਟੈਪ ਦੇਖੋ ਮੈਂ ਦੱਸ ਦੇਣਾ ਕੰਮ ਕੀ ਨਹੀਂ ਹੈ, ਮੈंने ਕੁਛ ਦਿੱਤਾ ਹੈ। ਸਿਸਟਮ ਸੌਫਟਵੇਅਰ ਸਪੋਰਟ ਦਾ ਫੋਲੋਇੰਗ ਕਿਹਨੂੰ ਸਪੋਰਟ ਕਰਦਾ ਹੈ, ਰਨਿੰਗ ਆਫ ਅਦਰ ਸੌਫਟਵੇਅਰ ਯਾਨੀ ਕਿ ਦੂਜੇ ਸੌਫਟਵੇਅਰਾਂ ਨੂੰ ਚਲਾਉਣ ਵਾਸਤੇ। ਸਿਸਟਮ ਸੌਫਟਵੇਅਰ ਮੇਨ ਸੌਫਟਵੇਅਰ ਹੁੰਦਾ ਹੈ। ਮੈਂ ਦੱਸਣਾ ਚਾਹੂੰਗਾ ਮੇਨ ਸੌਫਟਵੇਅਰ ਯਾਨੀ ਕਿ ਜਿਵੇਂ ਆਪਾਂ ਕਹਿ ਸਕਦੇ ਹਾਂ ਵਿੰਡੋ, ਆਪਰੇਟਿੰਗ ਸਿਸਟਮ, ਇਹ ਸਾਰੇ ਕੀ ਪਾਰਟ ਨੇ ਸਿਸਟਮ ਸੌਫਟਵੇਅਰ ਦੇ, ਠੀਕ ਹੈ। ਜਾਂ ਆਪਾਂ ਕਹਿ ਸਕਦੇ ਹਾਂ ਐਪਲੀਕੇਸ਼ਨ ਸੌਫਟਵੇਅਰ ਵੀ ਇਹਦੇ ਦੁਆਰਾ ਹੀ ਚਲਾਏ ਜਾਂਦੇ ਨੇ, ਜਿੰਨੇ ਵੀ ਐਪਸ ਹੁੰਦੀਆਂ ਨੇਗੀਆਂ ਉਹਨਾਂ ਨੂੰ ਕੰਮ ਕਰਨ ਲਈ ਕੌਣ ਹੈਲਪ ਕਰਦਾ ਹੈ, ਸਿਸਟਮ ਸੌਫਟਵੇਅਰ। ਸੋ ਰਨਿੰਗ ਆਫ ਅਦਰ ਸੌਫਟਵੇਅਰ ਪਹਿਲੇ ਦੇ ਵਿੱਚ ਕਿ ਦੂਜੇ ਸੌਫਟਵੇਅਰਾਂ ਨੂੰ ਚਲਾਉਣ ਵਾਸਤੇ ਯੂਜ਼ ਕੀਤਾ ਜਾਂਦਾ ਹੈ। ਕਮਿਊਨੀਕੇਟਿੰਗ ਵਿਦ ਦਾ ਪੈਰਾਫਿਲੇ ਡਿਵਾਈਸ ਸੱਚ ਐਸ, ਜਿਹੜੇ ਵੀ ਤੁਹਾਡੇ ਹਾਰਡਵੇਅਰ ਤੁਸੀਂ ਨੇ ਕਨੈਕਟ ਕੀਤੇ ਹੋਏ ਨੇ ਕੰਪਿਊਟਰ ਦੇ ਵਿੱਚ, ਪ੍ਰਿੰਟਰ ਕੀਤਾ ਹੋਇਆ, ਕਾਰਡ ਰੀਡਰ ਕੀਤਾ ਹੋਇਆ, ਡਿਸਕ ਕੀਤੀ ਹੋਈ, ਟੇਪ ਡਿਵਾਈਸ ਐਟਸੈਕਟਰਾ, ਆਪਾਂ ਚਾਹੇ ਸਪੀਕਰ ਵੀ ਕਹਿ ਸਕਦੇ ਹਾਂ, ਹੈਡਫੋਨ ਵੀ ਕਹਿ ਸਕਦੇ ਹਾਂ, ਸਾਰਿਆਂ ਨੂੰ ਕੌਣ ਚਲਾ ਰਿਹਾ ਹੈ, ਸਿਸਟਮ ਸੌਫਟਵੇਅਰ। ਡਿਵੈਲਪਮੈਂਟ ਆਫ ਅਦਰ ਟਾਈਪ ਆਫ ਸੌਫਟਵੇਅਰ, ਦੂਜੇ ਸੌਫਟਵੇਅਰ ਨੂੰ ਡਿਵੈਲਪ ਕਰਨ ਲਈ ਵੀ ਆਪਾਂ ਇਹਦਾ ਯੂਜ਼ ਕਰ ਸਕਦੇ ਹਾਂ। ਮੋਨੀਟਰਿੰਗ ਦਾ ਯੂਜ਼ ਆਫ ਵੇਰੀਅਸ ਹਾਰਡਵੇਅਰ ਰਿਸੋਰਸ ਸੱਚ ਐਜ਼ ਮੈਮਰੀ, ਪੈਰਾਫਿਲਰ, CPU, ਜਿਵੇਂ ਹੁਣ ਉਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਜਿੰਨੇ ਵੀ ਕੋਈ ਵੀ ਤੁਸੀਂ ਇੰਸਟਰਕਸ਼ਨ ਦਿੱਤੀ ਆ ਉਹ ਕਿੱਥੇ ਜਾ ਕੇ ਸੇਵ ਹੁੰਦੀ ਹੈ, ਉਹਨੂੰ ਐਡਰੈਸ ਦੇਣਾ, ਉਹਦੇ ਐਡਰੈਸ ਤੋਂ ਪਿਕ ਕਰਨਾ, ਸਾਰੇ ਕੰਮ ਕਿਹਦੇ ਕੰਮ ਨੇ ਇਹ, ਯਾਨੀ ਕਿ ਸਿਸਟਮ ਸੌਫਟਵੇਅਰ ਦੇ। ਸੋ ਸਿਸਟਮ ਸੌਫਟਵੇਅਰ ਨੂੰ ਅੱਗੇ 3 ਪਾਰਟਾਂ 'ਚ ਡਿਵਾਈਡ ਕੀਤਾ ਗਿਆ, ਆਪਰੇਟਿੰਗ ਸਿਸਟਮ, ਲੈਂਗੁਏਜ ਟਰਾਂਸਲੇਟਰ, ਸਿਸਟਮ ਯੂਟਿਲਿਟੀ। ਹੁਣ ਆਪਰੇਟਿੰਗ ਸਿਸਟਮ ਕੀ ਹੈ, ਆਪਰੇਟਿੰਗ ਸਿਸਟਮ ਇਜ਼ ਅ ਪਾਰਟ ਆਫ ਦਾ ਸਿਸਟਮ ਸੌਫਟਵੇਅਰ, ਇਹ ਕੀ ਹੈ, ਸਿਸਟਮ ਸੌਫਟਵੇਅਰ ਦਾ ਹੀ ਪਾਰਟ ਹੈ। ਇਜ਼ ਯੂਜ਼ ਟੂ ਆਪਰੇਟ, ਜਿਹਨੂੰ ਯੂਜ਼ ਕੀਤਾ ਜਾਂਦਾ ਹੈ, ਠੀਕ ਹੈ, ਕਿਹਨੂੰ, ਇਜ਼ ਯੂਜ਼ ਟੂ ਆਪਰੇਟ ਦਾ ਇਜ਼ ਯੂਜ਼ ਟੂ ਆਪਰੇਟ ਔਰ ਡਰਾਈਵ ਔਰ ਰਨ ਕੰਪਿਊਟਰ ਹਾਰਡਵੇਅਰ, ਯਾਨੀ ਕਿ ਇਹਨੂੰ ਯੂਜ਼ ਕੀਤਾ ਜਾਂਦਾ ਕਿਹਦੇ ਲਈ, ਕੰਪਿਊਟਰ ਦੇ ਹਾਰਡਵੇਅਰ ਨੂੰ ਰਨ ਕਰਾਉਣ ਲਈ, ਚਲਾਉਣ ਲਈ, ਉਹਨੂੰ ਆਪਰੇਟ ਕਰਾਉਣ ਲਈ। ਇਟ ਇਜ਼ ਪ੍ਰੋਗਰਾਮ, ਇਹ ਕੀ ਇੱਕ ਪ੍ਰੋਗਰਾਮ ਹੈ ਔਰ ਸੈੱਟ ਆਫ ਪ੍ਰੋਗਰਾਮ ਵੀ ਕਹਿ ਸਕਦੇ ਹਾਂ, ਜਿਹੜਾ ਕੀ ਕਰਦਾ ਡਿਜ਼ਾਈਨ ਟੂ ਮੈਨੇਜ ਆਲ ਦਾ ਰਿਸੋਰਸ, ਜਿਹੜਾ ਹੋਰ ਸਾਰੇ ਰਿਸੋਰਸਾਂ ਨੂੰ ਕੀ ਕਰਦਾ ਮੈਨੇਜ ਕਰਦਾ ਹੈ। ਦਾ ਆਪਰੇਸ਼ਨ ਆਫ ਦਾ ਕੰਪਿਊਟਰ ਸਿਸਟਮ, ਜਿਹੜੀ ਕੰਪਿਊਟਰ ਸਿਸਟਮ ਦੇ ਅੰਦਰ ਪਰਫਾਰਮ ਕੀਤੇ ਜਾਂਦੇ। ਆਪਰੇਟਿੰਗ ਸਿਸਟਮ ਵਰਕ ਐਜ਼ ਐਨ ਇੰਟਰਮੀਡੀਏਟ, ਆਪਰੇਟਿੰਗ ਸਿਸਟਮ ਇੱਕ ਇੰਟਰਮੀਡੀਏਟ ਦਾ ਕੰਮ ਕਰਦਾ ਹੈ, ਜਿਹੜਾ ਆਪਾਂ ਕਹਿ ਸਕਦੇ ਹਾਂ ਇੱਕ ਮਿਡਲ ਪਾਰਟ ਦਾ ਕੰਮ ਕਰਦਾ ਹੈ, ਜਿਹੜਾ ਵੀ ਦੋ ਚੀਜ਼ਾਂ ਨੂੰ ਆਪਸ ਦੇ ਵਿੱਚ ਕਮਿਊਨੀਕੇਟ ਕਰਨ ਦੇ ਵਿੱਚ ਹੈਲਪ ਕਰਦਾ ਹੈ, ਠੀਕ ਹੈ। ਇੱਕ ਇੰਟਰਮੀਡੀਏਟ ਦਾ ਕੰਮ ਕਰਦਾ ਹੈ ਬਿਟਵੀਨ ਯੂਜ਼ਰ ਐਂਡ ਕੰਪਿਊਟਰ ਹਾਰਡਵੇਅਰ, ਕਿਹਦੇ ਵਿਚਾਲੇ, ਕੰਪਿਊਟਰ ਦੇ ਹਾਰਡਵੇਅਰ ਅਤੇ ਯੂਜ਼ਰ ਦੇ ਵਿਚਾਲੇ। ਇਟ ਇਜ਼ ਦਾ ਫਸਟ ਪ੍ਰੋਗਰਾਮ, ਇਹ ਕੀ ਹੈ, ਫਸਟ ਪ੍ਰੋਗਰਾਮ ਹੈ। ਲੋਡਿਡ ਇਨਟੂ ਦਾ ਕੰਪਿਊਟਰ ਮੈਮਰੀ, ਜੋ ਕਿੱਥੇ ਹੁੰਦਾ, ਕੰਪਿਊਟਰ ਦੀ C ਡਰਾਈਵ ਦੇ ਵਿੱਚ ਲੋਡ ਹੁੰਦਾ ਹੈ, C ਡਰਾਈਵ ਦੇ ਅੰਦਰ ਜਿੱਥੇ ਵਿੰਡੋ ਹੁੰਦੀ ਹੈ। ਆਫਟਰ ਦਾ ਕੰਪਿਊਟਰ ਇਜ਼ ਸਵਿਚ ਔਨ, ਇਹ ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਕੰਪਿਊਟਰ ਨੂੰ ਸਵਿਚ ਆਫ ਕਰਨਾ ਸਭ ਤੋਂ ਪਹਿਲਾਂ ਕੰਮ ਕਰਨਾ ਹੀ ਇਹ ਸਟਾਰਟ ਕਰਦਾ ਆਪਰੇਟਿੰਗ ਸਿਸਟਮ। ਪਪੂਲਰ ਆਪਰੇਟਿੰਗ ਸਿਸਟਮ ਇਨਕਲੂਡ MS-DOS, ਵਿੰਡੋ ਐਂਡ ਯੂਨਿਕਸ। ਇਹਦੇ ਕੁਛ ਐਗਜ਼ਾਮਪਲ ਦਿੱਤੀਆਂ ਹੋਈਆਂ ਨੇਗੀਆਂ, ਵਿੰਡੋ ਕਹਿ ਸਕਦੇ ਹੋ, ਯੂਨਿਕਸ ਕਹਿ ਸਕਦੇ, MS-DOS ਕਹਿ ਸਕਦੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਹੋਰ ਦੇ ਦਿੰਦਾ, ਕੰਪਿਊਟਰ ਦੇ ਵਿੱਚ ਜੋ ਟਾਈਮ ਚੱਲ ਰਿਹਾ ਹੁੰਦਾ ਉਹਦੇ ਵਾਸਤੇ ਵੀ ਇਹ ਹੈਲਪ ਕਰਦਾ। ਉਹ ਜਿਹੜਾ ਟਾਈਮ ਸੇਮ ਤੁਸੀਂ ਬੰਦ ਵੀ ਕਰ ਦਿੰਦੇ ਹੋ, ਟਾਈਮ ਫਿਰ ਉਸੇ ਜਗ੍ਹਾ ਤੋਂ ਚੱਲਦਾ ਮਿਲੂਗਾ ਤੁਹਾਨੂੰ, ਤਾਂ ਉਹ ਕਿਹਦੇ ਦੁਆਰਾ ਹੁੰਦਾ, ਆਪਰੇਟਿੰਗ ਸਿਸਟਮ ਹੀ ਹੈਲਪ ਕਰਦਾ ਉਹਦੇ ਵਿੱਚ। ਸੋ ਲੈਂਗੁਏਜ ਟਰਾਂਸਲੇਟਰ, ਲੈਂਗੁਏਜ ਟਰਾਂਸਲੇਟਰ ਇਜ਼ ਦਾ ਸੌਫਟਵੇਅਰ ਔਰ ਪ੍ਰੋਗਰਾਮ। ਲੈਂਗੁਏਜ ਟਰਾਂਸਲੇਟਰ ਕੀ ਹੈ, ਇੱਕ ਸੌਫਟਵੇਅਰ ਹੈ ਔਰ ਪ੍ਰੋਗਰਾਮ ਹੈ। ਹੁਣ ਦੇਖੋ ਲੈਂਗੁਏਜ ਟਰਾਂਸਲੇਟਰ ਦਾ ਕੰਮ ਕੀ ਹੋਊਗਾ, ਭਾਸ਼ਾ ਨੂੰ ਬਦਲਣਾ, ਕਿਉਂਕਿ ਤੁਸੀਂ ਯੂਜ਼ ਕਰਦੇ ਹੋ ਹਿਊਮਨ ਲੈਂਗੁਏਜ, ਕੰਪਿਊਟਰ ਯੂਜ਼ ਕਰਦਾ ਹੈ ਮਸ਼ੀਨ ਲੈਂਗੁਏਜ, ਠੀਕ ਹੈ। ਤਾਂ ਲੈਂਗੁਏਜ ਟਰਾਂਸਲੇਟਰ ਕੀ ਹੈ, ਇਜ਼ ਏ ਸੌਫਟਵੇਅਰ ਔਰ ਪ੍ਰੋਗਰਾਮ ਵਿਚ ਇਜ਼ ਯੂਜ਼ ਟੂ ਟਰਾਂਸਲੇਟ ਸੋਰਸ ਕੋਡ ਇਨਟੂ ਟਾਰਗੇਟ ਕੋਡ ਜਾਂ ਡੈਸਟੀਨੇਸ਼ਨ ਕੋਡ ਵੀ ਲਿਖ ਸਕਦੇ ਹੋ। ਯਾਨੀ ਕਿ ਲੈਂਗੁਏਜ ਟਰਾਂਸਲੇਟਰ ਦਾ ਪ੍ਰਯੋਗ ਕੀਤਾ ਜਾਂਦਾ ਹੈ ਤੁਹਾਡੇ ਜੋ ਸੋਰਸ ਕੋਡ ਹੈ ਜੋ ਤੁਸੀਂ ਦਿਓਗੇ, ਹਾਈ ਲੈਵਲ ਲੈਂਗੁਏਜ ਕਹਿ ਦਿੰਦੇ ਹਾਂ, ਉਹਨੂੰ ਕਿਹਦੇ ਵਿੱਚ ਕਨਵਰਟ ਕਰਨ ਲਈ, ਟਾਰਗੇਟ ਮਤਲਬ ਮਸ਼ੀਨ ਲੈਂਗੁਏਜ ਦੇ ਵਿੱਚ ਕਨਵਰਟ ਕਰਨ ਲਈ ਯੂਜ਼ ਕੀਤਾ ਜਾਂਦਾ। ਇਟ ਹੈਜ਼ ਬੇਸਿਕਲੀ 3 ਟਾਈਪ, ਅਸੈਂਬਲਰ, ਕੰਪਾਈਲਰ ਐਂਡ ਇੰਟਰਪ੍ਰੀਟਰ। ਮੈਂ ਥੋੜ੍ਹਾ ਦੱਸੂੰ ਇਹਨਾਂ ਬਾਰੇ। ਅਸੈਂਬਲਰ ਕੀ ਹੈ, ਹੈਗੇ ਤਾਂ ਸਾਰੇ ਕਨਵਰਟਰ ਨੇ ਇਹ, ਲੇਕਿਨ ਕਹਿੰਦਾ ਕਿ ਇਹ ਪ੍ਰੋਗਰਾਮ ਵਿਚ ਟਰਾਂਸਲੇਟ ਐਨ ਅਸੈਂਬਲੀ ਲੈਂਗੁਏਜ ਪ੍ਰੋਗਰਾਮ ਇਨਟੂ ਮਸ਼ੀਨ ਲੈਂਗੁਏਜ ਪ੍ਰੋਗਰਾਮ ਇਜ਼ ਕਾਲਡ ਅਸੈਂਬਲਰ। ਅਸੈਂਬਲੀ ਲੈਂਗੁਏਜ ਨੂੰ ਕਨਵਰਟ ਕਰਦਾ ਕਿਹਦੇ ਵਿੱਚ, ਮਸ਼ੀਨ ਲੈਂਗੁਏਜ ਦੇ ਵਿੱਚ, ਉਹਦੇ ਵਾਸਤੇ ਆਪਾਂ ਯੂਜ਼ ਕਰਦੇ ਹਾਂ ਅਸੈਂਬਲਰ। ਹੁਣ ਐਨ ਅਸੈਂਬਲਰ ਵਿਚ ਰਨ ਔਨ ਏ ਕੰਪਿਊਟਰ ਫੋਰ ਵਿਚ ਇਜ਼ ਪ੍ਰੋਡਿਊਸ ਆਬਜੈਕਟ ਕੋਡ that it machine code is called the self assemble and resident assemble। देखो लाइन का मीनिंग की बनया, कहना असैम्बलर विच रन ऑन ए कंप्यूटर, जो कि चलता कंप्यूटर विच रन करता है, फॉर विच इट प्रोड्यूस ऑब्जैक्ट कोड, जो कि प्रोड्यूस करता है ऑब्जैक्ट कोड प्रोड्यूस करता है। दैट इज मशीन कोड, जो कि बनता है जब मशीन कोड भी कह सकते हैं। सैल्फ असैम्बलर यानी कि आपदे लिए यूज़ करने ਲਈ। असैम्बलर मैं सीधी पंजाबी ਦੇ ਵਿੱਚ समझो
ਵੀ ਤੁਸੀਂ ਆਪਣੀ ਭਾਸ਼ਾ ਦੇ ਸਮਝ ਸਕਦੇ ਹੋ ਤਾਂ ਕੰਪਿਊਟਰ ਤੁਹਾਡੀ ਭਾਸ਼ਾ ਨੂੰ ਨਹੀਂ ਸਮਝ ਸਕਦਾ। ਤਾਂ ਕੰਪਿਊਟਰ ਦੇ ਵਿੱਚ ਅਸੈਂਬਲਰ ਹੁੰਦਾ, ਉਹ ਕੀ ਕਰਦਾ ਹੈ, ਉਹਨੂੰ ਮਸ਼ੀਨ ਕੋਡ ਯਾਨੀ ਕਿ ਆਪਾਂ ਸਿੱਧਾ ਲਿਖਦੇ ਬਾਈਨਰੀ ਕੋਡ ਦੇ ਵਿੱਚ ਕੀ ਕਰ ਦਿੰਦਾ, ਕਨਵਰਟ ਕਰ ਦਿੰਦਾ। ਠੀਕ ਹੈ, ਤਾਂ ਕਿ ਉਹ ਅੰਡਰਸਟੈਂਡ ਕਰ ਸਕੇ। ਅਸੈਂਬਲਰ ਕੰਪਾਈਲਰ ਦਾ ਕੰਮ ਵੀ ਇਹੀ ਹੈ, ਇੰਟਰਪ੍ਰੀਟਰ ਦਾ ਕੰਮ ਵੀ ਇਹੀ ਹੈ, ਬਸ ਥੋੜ੍ਹਾ ਇਹਨਾਂ 'ਚ ਫਰਕ ਹੈ। ਇਹ ਪ੍ਰੋਗਰਾਮ ਵਿੱਚ ਟਰਾਂਸਲੇਟ ਏ ਹਾਈ ਲੈਵਲ ਲੈਂਗੁਏਜ ਪ੍ਰੋਗਰਾਮ ਇਨਟੂ ਮਸ਼ੀਨ ਲੈਂਗੁਏਜ ਦੈਟ ਇਜ਼ ਕਾਲਡ ਕੰਪਾਈਲਰ। ਹਾਈ ਲੈਵਲ ਲੈਂਗੁਏਜ ਨੂੰ ਆਪਾਂ ਕਨਵਰਟ ਕਰਦੇ ਹਾਂ ਮਸ਼ੀਨ ਲੈਂਗੁਏਜ ਦੇ ਵਿੱਚ, ਉਹਦੇ ਵਾਸਤੇ ਯੂਜ਼ ਕਰਦੇ ਹਾਂ ਆਪਾਂ ਕੰਪਾਈਲਰ। ਇਹ ਕੰਪਾਈਲਰ ਇਜ਼ ਮੋਰ ਇੰਟੈਲੀਜੈਂਟ ਦੈਨ ਅਸੈਂਬਲਰ। ਬਸ ਫਰਕ ਕੀ ਹੈ, ਇਹ ਜ਼ਿਆਦਾ ਇੰਟੈਲੀਜੈਂਟ ਹੈ ਕਿਹਦੇ ਨਾਲੋਂ, ਕੰਪਾਈਲਰ ਨਾਲੋਂ, ਅਸੈਂਬਲਰ ਨਾਲੋਂ। ਇਟ ਚੈੱਕ ਆਲ ਕਾਈਂਡ ਆਫ ਲਿਮਿਟਸ, ਇਹਦੇ ਵਿੱਚ ਕੀ ਹੈ, ਸਾਰੀਆਂ ਲਿਮਿਟਸ ਚੈੱਕ ਕਰਦਾ, ਰੇਂਜ ਚੈੱਕ ਕਰਦਾ, ਐਰਰ ਚੈੱਕ ਕਰ ਲੈਂਦਾ ਹੈ। ਉਹਦੇ ਵਿੱਚ ਐਰਰ ਵਗੈਰਾ ਜਿਹੜੀਆਂ ਆਪਾਂ ਚੈੱਕ ਨਹੀਂ ਹੁੰਦੀਆਂ ਜਲਦੀ, ਇਹਦੇ ਚੈੱਕ ਹੋ ਜਾਂਦੇ। ਬਟ ਇਟ ਹੈਜ਼ ਪ੍ਰੋਗਰਾਮ ਐਗਜ਼ੀਕਿਊਸ਼ਨ ਟਾਈਮ ਇਜ਼ ਮੋਰ ਐਂਡ ਆਕੂਪਾਈ ਅ ਲਾਰਜ ਪਾਰਟ ਆਫ ਮੈਮਰੀ। ਬਸ ਇਹਦੇ ਵਿੱਚ ਫ਼ਰਕ ਕੀ ਹੈ, ਇੱਕ ਤਾਂ ਟਾਈਮ ਜ਼ਿਆਦਾ ਕੰਜ਼ਿਊਮ ਕਰਦਾ, ਇੱਕ ਮੈਮਰੀ ਜ਼ਿਆਦਾ ਐਕਸੈਸ ਕਰਦਾ। ਇਹਦੀ ਸਪੀਡ ਕੀ ਹੈ, ਸਲੋ ਹੈ। ਐਂਡ ਐਫੀਸ਼ੀਐਂਸੀ ਆਫ ਮੈਮਰੀ ਯੂਟੀਲਾਈਜੇਸ਼ਨ ਲੋ ਹੈ, ਯਾਨੀ ਕਿ ਮੈਮਰੀ ਨੂੰ ਯੂਟੀਲਾਈਜ਼ ਕਰਨ ਦਾ ਜਿਹੜਾ ਮੈਥਡ ਹੈ, ਉਪਯੋਗ ਕਰਨ ਦਾ ਮੈਥਡ ਹੈ, ਉਹ ਕੀ ਹੈ, ਲੋ ਹੈ। ਕੰਪਾਈਲਰ ਟੇਕ ਏ ਹੋਲ ਪ੍ਰੋਗਰਾਮ ਐਜ਼ ਇਨਪੁਟ। ਕੰਪਿਊਟਰ ਸਾਰੇ ਪ੍ਰੋਗਰਾਮ ਨੂੰ ਕੀ ਲੈਂਦਾ, ਐਜ਼ ਇਨਪੁਟ ਲੈਂਦਾ ਐਂਡ ਪ੍ਰੋਡਿਊਸ ਆਬਜੈਕਟ ਦੇ ਵਿੱਚ ਕਰ ਦਿੰਦਾ, ਯਾਨੀ ਕਿ ਫਿਰ ਉਹਨੂੰ ਕਨਵਰਟ ਕਰ ਦਿੰਦਾ ਮਸ਼ੀਨ ਲੈਂਗੁਏਜ ਦੇ ਵਿੱਚ। ਹੁਣ ਇੰਟਰਪ੍ਰੇਟਰ ਦੇ ਵਿੱਚ, ਯਾਨੀ ਕਿ ਕੰਪਾਈਲਰ ਦੇ ਵਿੱਚ ਸਾਰੇ ਪ੍ਰੋਗਰਾਮ ਨੂੰ ਇੱਕੋ ਟਾਈਮ ਦੇ ਉੱਤੇ ਆਪਾਂ ਮਤਲਬ ਕੀ ਕਰਦੇ ਹਾਂ, ਕਨਵਰਟ ਕਰਦੇ ਹਾਂ। ਜਦ ਕਿ ਇੰਟਰਪ੍ਰੇਟਰ ਦੇ ਵਿੱਚ ਕੀ ਹੁੰਦਾ, ਦੇਖੋ ਕਹਿੰਦਾ ਕੀ ਹੈ, ਇੰਟਰਪ੍ਰੇਟਰ ਦੇ ਵਿੱਚ ਵੀ ਕੰਮ ਤਾਂ ਕੰਪਾਈਲਰ ਲਈ ਹੋਊਗਾ, ਬਟ ਇਹਦੇ ਵਿੱਚ ਲਾਈਨ ਟੂ ਲਾਈਨ ਹੋਊਗਾ, ਯਾਨੀ ਸਿੰਗਲ ਲਾਈਨ, ਇੱਕ ਇਨਪੁਟ ਆ ਰਹੀ ਹੈ ਅੱਗੇ ਜਾ ਰਹੀ ਹੈ, ਇੱਕ ਇਨਪੁਟ ਆ ਰਹੀ ਹੈ ਅੱਗੇ ਜਾ ਰਹੀ ਹੈ, ਐਵੇਂ ਮੂਵ ਕਰ ਰਹੀ ਹੈ। ਐਨ ਇੰਟਰਪ੍ਰੇਟਰ ਇਜ਼ ਏ ਪ੍ਰੋਗਰਾਮ ਵਿਚ ਟਰਾਂਸਲੇਟ ਵਨ ਸਟੇਟਮੈਂਟ ਆਫ ਹਾਈ ਲੈਵਲ ਲੈਂਗੁਏਜ ਪ੍ਰੋਗਰਾਮ ਇਨਟੂ ਮਸ਼ੀਨ ਲੈਂਗੁਏਜ ਕੋਡ ਐਂਡ ਐਗਜ਼ੀਕਿਊਟ। ਯਾਨੀ ਕਿ ਇਹਦੇ ਵਿੱਚ ਕੀ ਕੀਤਾ ਜਾਂਦਾ ਹੈ, ਸਿਰਫ ਵਨ ਸਟੇਟਮੈਂਟ ਨੂੰ ਲਿੱਤਾ ਜਾਂਦਾ ਅਤੇ ਉਹਨੂੰ ਅੱਗੇ ਮਸ਼ੀਨ ਲੈਂਗੁਏਜ ਵਿੱਚ ਕਨਵਰਟ ਕਰ ਦਿੱਤਾ, ਐਗਜ਼ੀਕਿਊਟ ਕਰ ਦਿੰਦਾ। ਇਨ ਦਿਸ ਵੇ ਇਟ ਪ੍ਰੋਡਿਊਸ ਫਰਦਰ ਟਿਲ ਆਲ ਦਾ ਸਟੇਟਮੈਂਟ ਪ੍ਰੋਗਰਾਮ ਟਰਾਂਸਲੇਟ ਐਂਡ ਐਗਜ਼ੀਕਿਊਟ। ਇਹ ਉਦੋਂ ਤੱਕ ਕੰਮ ਕਰਦਾ ਰਹਿੰਦਾ ਜਦੋਂ ਤੱਕ ਸਾਰੀਆਂ ਸਟੇਟਮੈਂਟ ਕੀ ਨਾ ਹੋ ਜਾਣ, ਟਰਾਂਸਲੇਟ ਨਾ ਹੋ ਜਾਣ। ਔਨ ਦਾ ਅਦਰ ਹੈਂਡ ਏ ਕੰਪਾਈਲਰ ਗੋਜ਼ ਥਰੂ ਦਾ ਐਂਟਾਇਰ ਹਾਈ ਲੈਵਲ ਲੈਂਗੁਏਜ ਪ੍ਰੋਗਰਾਮ ਵੰਸ। ਉਹਦੇ ਵਿੱਚ ਇੱਕੋ ਵਾਰ 'ਚ ਪ੍ਰੋਗਰਾਮ ਨੂੰ ਸਾਰੇ ਨੂੰ ਕਨਵਰਟ ਕਰ ਦਿੱਤਾ ਜਾਂਦਾ ਹੈ। ਠੀਕ ਹੈ, ਔਨ ਦਾ ਅਦਰ ਹੈਂਡ ਦਾ ਕੰਪਾਈਲਰ ਗੋਜ਼ ਥਰੂ ਟਵਾਈਸ ਐਂਡ ਦੈਨ ਟਰਾਂਸਲੇਟ ਦਾ ਐਂਟਾਇਰ ਪ੍ਰੋਗਰਾਮ ਇਨਟੂ ਮਸ਼ੀਨ ਕੋਡ। ਮਸ਼ੀਨ ਕੋਡ ਦੇ ਵਿੱਚ ਕਨਵਰਟ ਕਰ ਦਿੰਦਾ ਹੈ। ਐਂਡ ਕੰਪਾਈਲਰ ਇਜ਼ ਨੀਅਰਲੀ 5 to 25 ਟਾਈਮ ਫਾਸਟ ਦੈਨ, ਇਹ ਕੰਪਾਈਲਰ ਇਜ਼ ਨੀਅਰਲੀ 5 to 25 ਟਾਈਮ ਫਾਸਟਰ ਦੈਨ ਇੰਟਰਪ੍ਰੇਟਰ। ਕੰਪਾਈਲਰ ਜ਼ਿਆਦਾ ਫਾਸਟ ਹੈ ਕਿਹਦੇ ਨਾਲੋਂ, ਇੰਟਰਪ੍ਰੇਟਰ ਨਾਲੋਂ। ਯਾਨੀ ਕਿ ਇਸ ਦਾ ਮਤਲਬ ਕਿ ਇੰਟਰਪ੍ਰੇਟਰ ਉਦੋਂ ਵੀ ਬਹੁਤ ਜ਼ਿਆਦਾ ਸਲੋ ਹੈ। ਠੀਕ ਹੈ, ਸੋ ਇਹ ਇੰਟਰਪ੍ਰੇਟਰ ਇਜ਼ ਸਮੋਲਰ ਪ੍ਰੋਗਰਾਮ ਦੈਨ ਕੰਪਾਈਲ। ਇਹਨੂੰ ਜ਼ਿਆਦਾਤਰ ਆਪਾਂ ਯੂਜ਼ ਕਰਦੇ ਹਾਂ ਛੋਟੇ ਪ੍ਰੋਗਰਾਮ ਬਣਾਉਣ ਵਾਸਤੇ, ਯਾਨੀ ਛੋਟੇ ਪ੍ਰੋਗਰਾਮ ਨੂੰ ਕਨਵਰਟ ਕਰਨ ਲਈ। ਸੋ ਤੁਸੀਂ ਜ਼ਿਆਦਾ ਲਿਖਣ ਦੀ ਲੋੜ ਨਹੀਂ, ਬਸ ਉਹਦੇ ਵਿੱਚ ਤੁਸੀਂ ਅਗਲੀਆਂ ਚੀਜ਼ਾਂ ਲਿਖ ਦਿਓ ਵੀ ਇਹਦੇ ਵਿੱਚ ਜਿਹੜੀ ਟਾਈਮ ਹੈ ਜ਼ਿਆਦਾ ਲੱਗੂ ਉਸ ਤੋਂ ਵੀ। ਠੀਕ ਹੈ, ਮੈਮਰੀ ਐਕਸੈਸ ਵੀ ਜ਼ਿਆਦਾ ਹੋਊਗੀ। ਸੋ ਇਸ ਤੋਂ ਬਾਅਦ ਸਿਸਟਮ ਯੂਟੀਲਿਟੀ ਤੁਹਾਡੇ ਪਾਰਟ ਨਹੀਂ ਹੈਗਾ ਟੋਪਿਕ ਦਾ, ਮਤਲਬ ਕਿ ਇਹਦੇ ਵਿੱਚ ਤੇ ਤੁਹਾਨੂੰ ਇਸ ਤੋਂ ਬਾਅਦ ਨੈਕਸਟ ਤੁਹਾਡਾ ਜਿਹੜਾ ਬਣਦਾ ਐਪਲੀਕੇਸ਼ਨ ਸੋਫਟਵੇਅਰ ਬਣਦਾ। ਐਪਲੀਕੇਸ਼ਨ ਸੋਫਟਵੇਅਰ ਕੀ ਹੈ? ਐਪਲੀਕੇਸ਼ਨ ਸੋਫਟਵੇਅਰ ਹੁੰਦੇ ਨੇ ਸਪੈਸ਼ਲ ਪਰਪਸ ਸੋਫਟਵੇਅਰ, ਯਾਨੀ ਕਿ ਸਪੈਸ਼ਲ ਕੰਮਾਂ ਲਈ ਯੂਜ਼ ਕੀਤੇ ਜਾਂਦੇ ਨੇ। ਇਹਦੀਆਂ ਇੱਕ ਦੋ ਐਗਜ਼ਾਮਪਲਾਂ ਦੇ ਦੂੰਗਾ ਮੈਂ। ਐਪਲੀਕੇਸ਼ਨ ਸੋਫਟਵੇਅਰ ਔਰ ਐਪਲੀਕੇਸ਼ਨ ਪੈਕੇਜ ਆਰ ਦਾ ਸੈੱਟ ਆਫ ਵਨ ਔਰ ਮੋਰ ਪ੍ਰੋਗਰਾਮ ਡਿਜ਼ਾਈਨ ਟੂ ਕੈਰੀ ਆਊਟ ਆਪਰੇਸ਼ਨ ਫੋਰ ਏ ਸਪੈਸੀਫਾਈ ਐਪਲੀਕੇਸ਼ਨ, ਜਿਹਨੂੰ ਆਪਾਂ ਯੂਜ਼ ਕਰਦੇ ਹਾਂ ਕਿਸੇ ਦੀ ਸਪੈਸੀਫਿਕ ਆਪਰੇਸ਼ਨ ਪਰਫੋਰਮ ਕਰਨ ਲਈ। ਫੋਰ ਐਗਜ਼ਾਮਪਲ ਐਵਰੀ ਮੰਥ ਏ ਪੇਰੋਲ ਪੈਕੇਜ ਪ੍ਰੋਡਿਊਸ ਦਾ ਪੇ ਸਲਿਪਸ ਫੋਰ ਏ ਵਰਕਰ ਆਫ ਏ ਕੰਪਨੀ। ਹੁਣ ਜੇ ਤੁਸੀਂ ਹਰ ਇੱਕ ਕੰਪਨੀ ਦੇ ਵਿੱਚ ਕੰਮ ਕਰ ਰਹੇ ਹੋ, ਜੋਬ ਕਰ ਰਹੇ ਹੋ, ਐਜ਼ ਏ ਕਲਰਕ ਤੁਹਾਨੂੰ ਜੋਬ ਮਿਲਦੀ ਹੈ, ਤਾਂ ਹਰ ਮੰਥ ਤੁਸੀਂ ਪੇਰੋਲ ਸੈੱਟ ਕਰਨੇ ਨੇ, ਯਾਨੀ ਕਿ ਤਨਖਾਹ ਬਣਾਉਣੀ ਹੈ। ਤਾਂ ਉਹਦੇ ਵਿੱਚ ਜੇ ਅਗੇਨ ਐਂਡ ਅਗੇਨ ਤੁਹਾਨੂੰ ਪੇਜ ਕ੍ਰੀਏਟ ਕਰਨੇ ਪੈਣਗੇ ਤਾਂ ਕਿੰਨੇ ਔਖੇ ਨੇ। ਠੀਕ ਹੈ, ਤੁਸੀਂ ਵਨ ਟਾਈਮ ਤੁਸੀਂ ਸਾਰਾ ਡੇਟਾ ਐਡ ਕਰ ਲੈਂਦੇ ਹੋ MS ਐਕਸਲ ਦੇ ਅੰਦਰ। ਠੀਕ ਹੈ, ਜਿਹਦੇ ਵਿੱਚ ਸਿਰਫ ਤੁਸੀਂ ਕੀ ਹੈ, ਉਹਨਾਂ ਦੀ ਜਿਵੇਂ ਵੀ ਆਪਾਂ ਕਹਿ ਸਕਦੇ ਹਾਂ ਫਾਰਮੂਲੇ ਅਪਲਾਈ ਕਰਕੇ ਉਹਨਾਂ ਦਾ ਸਾਰਾ ਸੈੱਟ ਕਰਨਾ, ਅਟੈਂਡੈਂਸ ਲੱਗਦੀ ਰਹਿੰਦੀ, ਤਾਂ ਆਟੋਮੈਟਿਕ ਕੀ ਹੋ ਜਾਂਦਾ, ਆਪਰੇਸ਼ਨ ਪਰਫੋਰਮ ਹੁੰਦੇ ਨੇ। ਤਾਂ ਨਾਲ ਦੀ ਨਾਲ ਉਹਨਾਂ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਪੇਰੋਲ ਵੀ ਤਿਆਰ ਹੁੰਦਾ ਜਾਂਦਾ ਵੀ ਜਿੰਨੀ ਉਹਨਾਂ ਦੀ ਕੱਟਣੀ ਹੈ, ਜਿੰਨੀ ਉਹਨਾਂ ਦੀ ਟੋਟਲ ਬਣਦੀ ਹੈ। ਜਿਵੇਂ ਮੰਥ ਦੇ ਵਿੱਚ 30 ਡੇਜ਼ ਨੇ, ਤਾਂ 30 ਡੇਜ਼ ਦੇ ਵਿੱਚ ਉਹ ਪਰਸਨ ਦੇ ਵਿੱਚ ਚਲੋ ਉਹਨੇ 3 ਛੁੱਟੀਆਂ ਲਿੱਤੀਆਂ ਤਾਂ 27 ਡੇਜ਼ ਰਹਿ ਗਏ, ਤਾਂ ਉਸਦੇ ਅਕੋਰਡਿੰਗ ਉਹਨੇ ਕਿੰਨੇ ਜਿਵੇਂ ਕੱਟਣਾ ਹੈ ਜੋ ਵੀ ਉਹਨੂੰ, ਠੀਕ ਹੈ, ਜਿੰਨਾ ਵੀ ਫੰਡ ਲੈਣਾ ਹੈ ਜਾਂ ਉਹਨੂੰ PF ਜਿੰਨਾ ਵੀ ਦੇਣਾ ਐਕਸਟਰਾ, ਸਾਰਾ ਕੁਛ ਆਪਣੇ ਆਪ ਹੋ ਜਾਣਾ। ਸਿਮਿਲਰਲੀ ਐਨ ਇਨਵੈਂਟਰੀ ਕੰਟਰੋਲ ਪੈਕੇਜ ਪ੍ਰੋਡਿਊਸ, ਜਾਂ ਜਿੰਨੇ ਵੀ ਤੁਸੀਂ ਲੈ ਸਕਦੇ ਹੋ ਵੀ ਜਿੰਨੀਆਂ ਵਾਸਤੇ ਆਪਾਂ ਜਿੰਨੇ ਵੀ ਆਪਾਂ ਸਪੈਸ਼ਲ ਯੂਜ਼ ਕਰ, ਜਾਂ ਸਿੱਧੀ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਦਿੰਦਾ। ਤੁਸੀਂ ਆਪਾਂ ਜਿਵੇਂ ਤੁਸੀਂ ਮਿਊਜ਼ਿਕ ਸੁਣਦੇ ਹੋ, ਆਡੀਓ ਪਲੇਅਰ ਹੁੰਦਾ, ਇਹ ਵੀ ਕੀ ਇੱਕ ਐਪਲੀਕੇਸ਼ਨ ਸੋਫਟਵੇਅਰ ਹੈ, ਕਿਉਂਕਿ ਇਹਦਾ ਕੰਮ ਕੀ ਹੈ, ਸਿਰਫ ਮਿਊਜ਼ਿਕ ਤੁਹਾਨੂੰ ਮਤਲਬ ਪਲੇਅ ਕੀਤਾ ਜਾ ਸਕੇ ਜਿਹਦੇ ਉੱਤੇ। ਠੀਕ ਹੈ, ਜਾਣੀ ਕਿ ਤੁਸੀਂ ਇਹ ਆਪਾਂ ਜੇ ਗੱਲ ਕਰੀਏ ਆਪਰੇਟਿੰਗ ਸਿਸਟਮ ਦੇ ਵਿੱਚ, ਆਪਰੇਟਿੰਗ ਸਿਸਟਮ ਵਿੱਚ ਆਪਾਂ ਮਿਊਜ਼ਿਕ ਨਹੀਂ ਸੁਣ ਸਕਦੇ, ਉਹ ਸਾਰੇ ਸਿਸਟਮ ਨੂੰ ਚਲਾ ਰਿਹਾ। ਜੇ ਆਪਾਂ ਐਪਲੀਕੇਸ਼ਨ ਸੋਫਟਵੇਅਰ ਦੀ ਗੱਲ ਕਰਨੀ, ਸਪੈਸ਼ਲ ਸੋਫਟਵੇਅਰ ਹੁੰਦੇ ਨੇਗੇ ਜਿਹੜੇ ਸਿਰਫ ਕਿਸੇ ਸਪੈਸ਼ਲ ਕੰਮ ਨੂੰ ਕਰਨ ਲਈ ਯੂਜ਼ ਕੀਤੇ ਜਾਂਦੇ ਨੇ, ਜਨਰੇਟ ਕੀਤੇ ਜਾਂਦੇ ਨੇਗੇ। ਟ੍ਰੈਡੀਸ਼ਨਲੀ ਐਪਲੀਕੇਸ਼ਨ ਪੈਕੇਜ ਆਰ ਲਿਮਿਟਿਡ ਟੂ ਜਨਰਲ ਪਰਪਸ ਫੰਕਸ਼ਨ ਟੂ ਪ੍ਰੋਡਿਊਸ ਸ਼ਡਿਊਲ
ਜਨਰਲ ਐਜ਼ ਅ ਜਨਰਲ ਅਕਾਊਂਟਿੰਗ ਪੈਕੇਜ, ਜਾਣੀ ਕਿ ਤੁਹਾਡੇ ਅਕੋਰਡਿੰਗ ਹੀ ਗੱਲ ਕਰ ਰਿਹਾ ਵੀ ਆਪਾਂ ਜਿਹੜੇ ਯੂਜ਼ ਕਰਦੇ ਹਾਂ ਤੁਹਾਡੀ ਡਿਮਾਂਡ ਦੇ ਅਕੋਰਡਿੰਗ ਜਿਹੜੇ ਯੂਜ਼ ਕੀਤੇ ਜਾਂਦੇ ਨੇਗੇ। ਸਿੰਸ ਦੇयर ਇਜ਼ ਅ ਗ੍ਰੇਟ ਡਿਮਾਂਡ ਔਰ ਗ੍ਰੇਟ ਜਨਰਲ ਪਰਪਸ ਸੋਫਟਵੇਅਰ, ਇਸ ਕਰਕੇ ਇਹਨਾਂ ਦੀ ਜਿਹੜੀ ਡਿਮਾਂਡ ਹੈ ਉਹ ਵੀ ਡੇ ਬਾਏ ਡੇ ਮਤਲਬ ਵਧ ਹੀ ਰਹੀ ਹੈ, ਕਿਉਂਕਿ ਨਵੇਂ ਸੋਫਟਵੇਅਰ ਮਾਰਕੀਟ ਦੇ ਵਿੱਚ ਅਵੇਲੇਬਲ ਹੋ ਰਹੇ ਨੇ। ਠੀਕ ਹੈ। ਸੋ ਇਸ ਤੋਂ ਬਾਅਦ ਆਪਾਂ ਇਹਦੀਆਂ ਕੁਝ ਐਗਜ਼ਾਮਪਲਸ ਨੇ ਹੈਗੀਆਂ, ਜਿਵੇਂ ਵਰਡ ਪ੍ਰੋਸੈਸਿੰਗ ਦੇ ਵਿੱਚ ਤੁਸੀਂ ਦੇ ਦਿਓ MS ਵਰਡ ਦੇ ਦਿਓ, MS ਐਕਸਲ ਦੇ ਦਿਓ। ਠੀਕ ਹੈ। ਉਹਦੇ ਵਿੱਚ ਤੁਸੀਂ ਡੇਟਾ ਟੈਕਸਟ ਲਿਖ ਸਕਦੇ ਹੋ, ਐਡਿਟ ਕਰ ਸਕਦੇ ਹੋ, ਸੇਵ ਕਰ ਸਕਦੇ ਹੋ। ਠੀਕ ਹੈ। ਉਸ ਤੋਂ ਬਾਅਦ ਕਾਪੀ ਪੇਸਟ ਕਰ ਸਕਦੇ ਹੋ, ਮੇਲ ਕਰ ਸਕਦੇ ਹੋ, ਕੁਛ ਵੀ। ਠੀਕ ਹੈ। ਅਤੇ ਉਸ ਤੋਂ ਬਾਅਦ ਜਿਹੜਾ DBMS ਦਿੱਤਾ ਹੋਇਆ ਡੇਟਾ ਸੈੱਟ ਕਰਨਾ ਮਤਲਬ ਜਿਵੇਂ ਆਪਾਂ ਪੇਰੋਲ ਪੈਕੇਜ ਸੈੱਟ ਕਰਨੇ। ਠੀਕ ਹੈ। ਉਸ ਤੋਂ ਬਾਅਦ ਆਪਾਂ ਨੇ ਕੀ ਸੇਲ ਕੀਤਾ, ਪਰਚੇਜ਼ ਕੀਤਾ, ਇਹ ਐਗਜ਼ਾਮਪਲ ਦੇ ਸਕਦੇ ਹੋ। ਜਿਹੜੇ ਸੋਫਟਵੇਅਰ ਬਣਾਏ ਜਾਂਦੇ ਨੇਗੇ, ਤੁਹਾਡੀਆਂ ਐਪਲੀਕੇਸ਼ਨਸ ਵੀ ਆ ਚੁੱਕੀਆਂ ਨੇਗੀਆਂ। ਗੇਮ ਪੈਕੇਜ ਦੇ ਵਿੱਚ ਆਪਾਂ ਜਿਵੇਂ ਗੇਮਸ ਖੇਲਣ ਵਾਸਤੇ ਯੂਜ਼ ਕਰਦੇ ਹਾਂ। ਠੀਕ ਹੈ। ਸਪਰੈਡਸ਼ੀਟ ਤਾਂ ਤੁਹਾਨੂੰ ਬਸ MS ਐਕਸਲ ਦੇ ਪਾਰਟ ਹੈ, ਬਾਕੀ ਤੁਹਾਨੂੰ ਇਹਦੇ ਬਾਰੇ ਲਿਖਣ ਦੀ ਲੋੜ ਨਹੀਂ। ਕੁਝ ਹੋਰ ਸੋਫਟਵੇਅਰ ਵੀ ਲਿਖ ਸਕਦੇ ਹੋ, ਕੋਈ ਜ਼ਰੂਰੀ ਨਹੀਂ ਹੈਗਾ। ਗੇਮ ਪੈਕੇਜ ਦੇ ਵਿੱਚ ਆਪਾਂ ਐਂਟਰਟੇਨਮੈਂਟ ਲਈ ਯੂਜ਼ ਕਰਦੇ ਹਾਂ, ਜਿੰਨੀਆਂ ਵੀ ਗੇਮਸ ਐਪ ਬਣਾਈਆਂ ਹੋਈਆਂ ਨੇ ਸਾਰੇ ਕੀ ਨੇ ਐਪਲੀਕੇਸ਼ਨ ਸੋਫਟਵੇਅਰ ਦਾ ਪਾਰਟ ਨੇ। ਸੋ ਇਸੇ ਤਰੀਕੇ ਨਾਲ ਬਹੁਤ ਸਾਰੀਆਂ ਚੀਜ਼ਾਂ ਨੇ। ਵਿੰਡੋ ਮੀਡੀਆ ਪਲੇਅਰ ਦੇ ਦਿਓ, ਆਪਾਂ ਵੀਡੀਓ ਦੇਖਣ ਦੇ ਲਈ ਯੂਜ਼ ਕਰਦੇ ਹਾਂ। ਮਿਊਜ਼ਿਕ ਸੁਣਨ ਲਈ ਆਡੀਓ ਪਲੇਅਰ ਯੂਜ਼ ਕਰਦੇ ਹਾਂ। ਸੋ ਇਹ ਕੀ ਨੇ, ਸਾਰੇ ਤੁਹਾਡੇ ਐਪਲੀਕੇਸ਼ਨ ਸੋਫਟਵੇਅਰ ਦਾ ਹੀ ਪਾਰਟ ਨੇ। ਸੋ ਜਿਵੇਂ ਅੱਗੇ ਲੀਵ ਆਪਾਂ ਗੱਲ ਕਰੀ ਸੀ ਸੋਫਟਵੇਅਰ ਦੀ, ਕਹਿੰਦਾ ਐਜ਼ ਵੀ ਹੈਵ ਆਲਰੇਡੀ ਸੀਨ ਐਂਡ ਨੋ ਵੈਰੀ ਵੈਲ ਦੈਟ ਕੰਪਿਊਟਰ ਇਜ਼ ਵੈਰੀ ਪਾਵਰਫੁਲ ਮਸ਼ੀਨ ਵਿਚ ਇਜ਼ ਕੈਪੇਬਲ ਟੂ ਹੈਂਡਲ ਐਂਡ ਪ੍ਰੋਸੈਸ ਬਲਕੀ ਡੇਟਾ। ਤੁਹਾਨੂੰ ਇਹ ਵੀ ਪਤਾ ਵੀ ਇਹ ਕੰਪਿਊਟਰ ਕੀ ਹੈਂਡਲ ਕਰਦਾ, ਬਹੁਤ ਸਾਰੇ ਡੇਟਾ ਨੂੰ ਹੈਂਡਲ ਕਰਦਾ। ਐਂਡ ਬਟ ਇਟ ਕੈਨ ਨਾਟ ਡੂ ਐਨੀਥਿੰਗ ਇਟਸ ਓਨ, ਇਹ ਕੁਛ ਵੀ ਨਹੀਂ ਆਪਣੇ ਆਪ ਕਰਦਾ। ਵਨ ਹੈਜ਼ ਟੂ ਗਿਵਨ ਇੰਸਟਰਕਸ਼ਨ, ਆਪਾਂ ਨੂੰ ਕੀ ਜ਼ਰੂਰਤ ਪੈਂਦੀ ਹੈ, ਇੰਸਟਰਕਸ਼ਨ ਦੇਣ ਦੀ ਜ਼ਰੂਰਤ ਪੈਂਦੀ ਹੈ। ਸੋ ਇਟ ਕੈਨ ਵਰਕ ਅਕੋਰਡਿੰਗਲੀ, ਅਤੇ ਉਹ ਇੰਸਟਰਕਸ਼ਨ ਦੇ ਅਕੋਰਡਿੰਗ ਹੀ ਕੰਮ ਕਰਦਾ। ਵਨ ਹੈਜ਼ ਟੂ ਸਪਲਾਈ ਇਨਪੁਟ ਐਜ਼ ਵੈਲ ਇਟ ਕੈਨ ਨਾਟ ਥਿੰਕ ਔਨ ਇਟਸ ਓਨ। ਹੁਣ ਜੋ ਇਨਪੁਟ ਜੋ ਤੁਸੀਂ ਦਿੰਦੇ ਹੋ ਉਸ ਦੇ ਅਕੋਰਡਿੰਗ ਹੀ ਕੰਮ ਕਰਦਾ, ਬਟ ਇਹ ਕਹਿੰਦਾ ਕਿ ਆਪਣੇ ਆਪ ਕੁਛ ਨਹੀਂ ਸੋਚ ਸਕਦਾ, ਕੋਈ ਵੀ ਆਪਰੇਸ਼ਨ ਪਰਫੋਰਮ ਨਹੀਂ ਕਰ ਸਕਦਾ। ਸੋ ਦੇਅਰ ਫੋਰ ਇਜ਼ ਰਿਕੁਆਇਰ ਹਿਊਮਨ ਇੰਟਰਵੈਂਸ਼ਨ। ਇਹਦੇ ਵਾਸਤੇ ਆਪਾਂ ਨੂੰ ਕਿਹਦੀ ਜਾਂ ਇੰਟਰਫੇਰੈਂਸ ਲਿਖਦੇ ਹੋ, ਕਿਹਦੀ ਜ਼ਰੂਰਤ ਪੈਂਦੀ ਹੈ, ਹਿਊਮਨ ਦੀ ਇੰਟਰਫੇਰੈਂਸ ਦੀ ਜ਼ਰੂਰਤ ਪੈਂਦੀ ਹੈ। ਦਿਸ ਹਿਊਮਨ ਕੰਪੋਨੈਂਟ ਆਫ ਕੰਪਿਊਟਰ ਇਜ਼ ਨੋਨ ਐਜ਼ ਲੀਵੀਅਰ। ਇਹਨੂੰ ਆਪਾਂ ਕਹਿੰਦੇ ਹਾਂ ਜਿਹੜਾ ਹਿਊਮਨ ਆਪਾਂ ਜਿਹੜਾ ਯੂਜ਼ ਕਰਦੇ ਹਾਂ, ਹਿਊਮਨ ਇੱਕ ਕੰਪੋਨੈਂਟ ਯੂਜ਼ ਕੀਤਾ ਗਿਆ, ਉਹਨੂੰ ਆਪਾਂ ਕੀ ਕਹਤਾ, ਲੀਵੀਅਰ ਸੋਫਟਵੇਅਰ ਕਹਤਾ। ਇਸੇ ਤਰੀਕੇ ਨਾਲ ਹੀ ਫਰਮਵੇਅਰ ਹੈ। ਫਰਮਵੇਅਰ ਦਾ ਕੀ ਹੈ, ਕਹਿੰਦਾ in old system the computer software is supplied on the storage media like CD floppy disk। ਪੁਰਾਣੇ ਜਿਹੜੇ ਸਿਸਟਮ ਸੀ ਉਹ ਕੀ ਯੂਜ਼ ਕਰਦੇ ਸੀਗੇ, ਸੀਡੀਆਂ ਯੂਜ਼ ਕੀਤੀਆਂ ਜਾਂਦੀਆਂ ਸੀ, ਫਲੋਪੀ ਯੂਜ਼ ਕੀਤੀਆਂ, ਡਿਸਕ ਯੂਜ਼ ਕੀਤੀਆਂ ਜਾਂਦੀਆਂ ਸੀਗੀਆਂ। ਬਟ ਜਿਵੇਂ ਜਿਵੇਂ ਟੈਕਨੋਲੋਜੀ ਐਡਵਾਂਸ ਹੋ ਰਹੀ ਹੈ ਤਾਂ ਇਹਨਾਂ ਦੇ ਵਿੱਚ ਵੀ ਚੇਂਜ ਆ ਰਿਹਾ। ਹੁਣ ਅੱਜ ਪੈਨ ਡਰਾਈਵ ਯੂਜ਼ ਕਰਦੇ ਹਾਂ, ਚਿਪ ਯੂਜ਼ ਕਰਦੇ ਹਾਂ। ਠੀਕ ਹੈ। ਸੋ ਇਹ ਵੀ ਪਾਰਟ ਦਿੱਤੇ ਨੇ। ਵੈਸੇ ਇਹਨੂੰ ਪੜ੍ਹਨ ਦੀ ਲੋੜ ਨਹੀਂ ਹੈਗੀ, ਕਿਉਂਕਿ ਸਿਰਫ ਟੈਕਨੋਲੋਜੀ ਦੀ ਗੱਲ ਕਰ ਰਿਹਾ, ਆਪਾਂ ਰੋਮ ਯੂਜ਼ ਕਰਦੇ ਹਾਂ, ਰੈਮ ਯੂਜ਼ ਕਰਦੇ ਹਾਂ। ਠੀਕ ਹੈ। ਇਹ ਤਾਂ ਸਿਰਫ ਮੈਮਰੀ ਦੇ ਅਕੋਰਡਿੰਗ ਗੱਲ ਕਰ ਰਿਹਾ, ਲੇਕਿਨ ਜਿਹੜੇ ਸੋਫਟਵੇਅਰ ਨੇ ਮੇਨਲੀ 2 ਟਾਈਪ ਹੀ ਹੁੰਦੀਆਂ ਨੇ, ਸਿਸਟਮ ਐਂਡ ਐਪਲੀਕੇਸ਼ਨ ਸੋਫਟਵੇਅਰ ਹੀ ਹੁੰਦੇ ਨੇ। ਸੋ ਲਾਸਟ ਪਾਰਟ ਬਣਦਾ ਜੀ ਆਪਣਾ ਰਿਲੇਸ਼ਨ ਡਿਫਰੈਂਸ ਬਿਟਵੀਨ ਕੰਪਾਈਲਰ ਐਂਡ ਇੰਟਰਪ੍ਰੇਟਰ। ਇੰਟਰਪ੍ਰੇਟਰ ਅਤੇ ਕੰਪਾਈਲਰ ਦੇ ਵਿੱਚ ਡਿਫਰੈਂਸ ਕੀ ਹੈ? ਦੇਖੋ, ਇੰਟਰਪ੍ਰੇਟਰ ਦਾ ਕੰਮ ਕੀ ਹੈ, ਲਾਈਨ ਬਾਈ ਲਾਈਨ ਚੈੱਕ ਕਰਨਾ। ਕੰਪਾਈਲਰ ਦਾ ਕੰਮ ਕਰਨਾ ਸਾਰੇ ਪ੍ਰੋਗਰਾਮ ਨੂੰ ਇਕੱਠੇ ਕੰਪਾਈਲ ਕਰ ਦੇਣਾ। ਉਹਦੇ ਵਿੱਚ ਲੈਸ ਮੈਮਰੀ ਐਕਸੈਸ ਹੁੰਦੀ ਹੈ, ਇਹਦੇ ਵਿੱਚ ਮੋਰ ਦੈਨ ਮੈਮਰੀ ਐਕਸੈਸ ਹੁੰਦੀ ਹੈ ਇੱਕੋ ਦਮ। ਈਚ ਟਾਈਮ ਪ੍ਰੋਗਰਾਮ ਇਜ਼ ਐਗਜ਼ੀਕਿਊਟਿਡ ਐਵਰੀ ਲਾਈਨ ਚੈੱਕ ਫੋਰ ਅ ਸਿੰਟੈਕਸ। ਇਹਦੇ ਵਿੱਚ ਹਰ ਇੱਕ ਐਰਰ ਨੂੰ ਨਾਲ ਦੀ ਨਾਲ ਚੈੱਕ ਕੀਤਾ ਜਾਂਦਾ ਹੈ, ਜਦ ਕਿ ਇਹਦੇ ਵਿੱਚ ਸਾਰੇ ਪ੍ਰੋਗਰਾਮ ਨੂੰ ਜਦੋਂ ਕੰਪਾਈਲ ਇਕੱਠਾ ਕੀਤਾ ਜਾਂਦਾ ਤਾਂ ਸਾਰੀਆਂ ਐਰਰ ਜਨਰੇਟ ਕਰ ਦਿੰਦਾ ਇਕੱਠੀਆਂ। ਜਿਵੇਂ ਆਪਾਂ ਇੱਕੋ ਦਮ ਇੱਕ ਚੀਜ਼ ਦਾ ਆਪਾਂ ਨੂੰ ਨਾਲ ਦੀ ਨਾਲ ਪਤਾ ਲੱਗੀ ਜਾਣਾ, ਇੱਕ ਚੀਜ਼ ਦਾ ਆਪਾਂ ਨੂੰ ਇੱਕੋ ਵਾਰ 'ਚ ਪਤਾ ਲੱਗ ਜਾਣਾ ਵੀ ਇੰਨੀਆਂ ਐਰਰ ਆ ਗਈਆਂ, ਤਾਂ ਉੱਥੇ ਡਿਫੀਕਲਟੀ ਹੋ ਜਾਂਦੀ ਹੈ ਇਹਨਾਂ ਨੂੰ ਰਿਮੂਵ ਕਰਨਾ ਵੀ ਇਹ ਚੀਜ਼ ਕਿੱਥੇ ਕਿੱਥੇ ਹੈ। ਲੇਕਿਨ ਉੱਥੇ ਆਪਾਂ ਨੂੰ ਪਤਾ ਲੱਗਦਾ ਵੀ ਇਸ ਲਾਈਨ ਦੇ ਵਿੱਚ ਪ੍ਰੋਬਲਮ ਹੈ ਇੰਟਰਪ੍ਰੇਟਰ ਦੇ ਵਿੱਚ। ਠੀਕ ਹੈ। ਇਹ ਹੈਲਪਫੁਲ ਹੈ। ਸੋ ਉਹਦੇ ਵਿੱਚ ਕੀ ਹੈ, ਕਹਿੰਦਾ ਕੀ ਹੈ, ਇੰਟਰਪ੍ਰੇਟਰ ਦੇ ਅੰਦਰ ਸੋਰਸ ਪ੍ਰੋਗਰਾਮ ਐਂਡ ਇੰਟਰਪ੍ਰੇਟਰ ਆਰ ਰਿਕੁਆਇਰ ਫੋਰ ਐਗਜ਼ੀਕਿਊਸ਼ਨ। ਇਹਨੂੰ ਯੂਜ਼ ਕੀਤਾ ਜਾਂਦਾ ਐਗਜ਼ੀਕਿਊਸ਼ਨ ਲਈ, ਯਾਨੀ ਕਿ ਸੋਰਸ ਪ੍ਰੋਗਰਾਮ ਐਂਡ ਇੰਟਰਪ੍ਰੇਟਰ ਆਰ ਰਿਕੁਆਇਰ ਫੋਰ ਐਗਜ਼ੀਕਿਊਸ਼ਨ। ਉਹਦੇ ਵਿੱਚ ਸੋਰਸ ਪ੍ਰੋਗਰਾਮ ਨੂੰ ਯੂਜ਼ ਨਹੀਂ ਕੀਤਾ ਜਾਂਦਾ ਐਗਜ਼ੀਕਿਊਸ਼ਨ ਲਈ। ਜਾਨੀ ਸੋਰਸ ਪ੍ਰੋਗਰਾਮ ਮੈਂ ਪਹਿਲਾਂ ਵੀ ਕਹਿ ਰਿਹਾ, ਇੰਸਟਰਕਸ਼ਨਸ ਹੁੰਦੀਆਂ ਨੇਗੀਆਂ, ਡੈਸਟੀਨੇਸ਼ਨ ਹੁੰਦੀਆਂ ਨੇ ਤੁਹਾਡੀਆਂ ਜਿਹੜੇ ਆਊਟਪੁੱਟ ਦੇ ਰੂਪ ਦੇ ਵਿੱਚ ਜਾਂਦੀਆਂ ਨੇ। ਗੁੱਡ ਫੋਰ ਫਾਸਟ ਡੀਬਗਿੰਗ। ਉਹਦੇ ਵਿੱਚ ਡੀਬਗਿੰਗ ਯਾਨੀ ਐਰਰ ਨੂੰ ਜਲਦੀ ਡੀਬਗ ਕਰਨਾ ਹੁੰਦਾ, ਐਰਰ ਫਾਈਂਡ ਆਊਟ ਕਰਨਾ। ਟੈਸਟਿੰਗ ਜਲਦੀ ਕੀਤੀ ਜਾ ਸਕਦੀ, ਉਹਦੇ ਵਿੱਚ ਐਰਰ ਨੂੰ ਕੀ ਹੈ, ਸਲੋ ਫਾਈਂਡ ਆਊਟ ਕੀਤਾ ਜਾ ਸਕਦਾ। ਟੈਸਟਿੰਗ ਵੀ ਸਲੋ ਹੋਊਗੀ। ਐਗਜ਼ੀਕਿਊਸ਼ਨ ਟਾਈਮ ਦਾ ਉਹਨੂੰ ਜ਼ਿਆਦਾ ਲੱਗੂ ਹੀ ਲੱਗੂ ਇੰਟਰਪ੍ਰੇਟਰ ਦੇ ਅੰਦਰ, ਲੇਕਿਨ ਉਹਦੇ ਵਿੱਚ ਕੀ ਹੁੰਦਾ, ਟਾਈਮ ਘੱਟ ਲੱਗਦਾ। ਲੇਕਿਨ ਇਹਦੇ ਵਿੱਚ ਸਿਕਿਉਰਿਟੀ ਘੱਟ ਹੈ। ਤੁਹਾਨੂੰ ਵੀ ਦੱਸਣਾ ਚਾਹੂੰਗਾ, ਨੋ ਸਿਕਿਉਰਿਟੀ ਆਫ ਦਾ ਸੋਰਸ ਕੋਡ। ਇਹਦੇ ਵਿੱਚ ਸਿਕਿਉਰਿਟੀ ਨਹੀਂ ਹੈਗੀ, ਸੇਫ ਨਹੀਂ ਹੈਗਾ। ਇਹ ਸਿਕਿਉਰਿਟੀ ਜ਼ਿਆਦਾ ਹੈ ਕਿਹਦੇ ਨਾਲੋਂ, ਇੰਟਰਪ੍ਰੇਟਰ ਨਾਲੋਂ। ਸੋ ਇਹ ਸੀ ਤੁਹਾਡਾ ਅੱਜ ਦਾ ਟੋਪਿਕ। ਓਕੇ, ਥੈਂਕ ਯੂ।